ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵਿੱਚ ਜੀਵਾਂ ਨੂੰ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਜੋੜਦੇ ਹੋਏ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਮੈਂ ਮੇਰੀ ਦੇ ਹੰਕਾਰ ਤੋਂ ਬਚਾ ਕੇ ਸੱਚ ਦੇ ਮਾਰਗ ਤੇ ਤੋਰ ਕੇ ਸਾਧ ਸੰਗਤ ਜੀ ਸੇਵਾ ਸਿਮਰਨ ਕਰਨ ਦਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਅਤੇ ਫਰਮਾਉਂਦੇ ਨੇ ਕਿ ਭਾਈ ਸੰਸਾਰ ਦੇ ਵਿੱਚ ਅਨੇਕਾਂ ਜੀਵ ਨੇ ਜੋ ਸਾਧੂ ਸੰਤਾਂ ਦੇ ਦਿਖਾਵੇ ਵਾਲੇ ਕੱਪੜੇ ਪਾ ਕੇ, ਸਾਧੂ ਸੰਤਾਂ ਵਰਗੇ ਕੱਪੜੇ ਪਾ ਕੇ, ਸਾਧੂਆਂ ਦਾ ਭੇਖ ਬਣਾ ਕੇ ਜੋ ਜੀਵਾਂ ਨੂੰ ਗੁੰਮਰਾਹ ਕਰ ਰਹੇ ਨੇ। ਤੇ ਅੱਗੇ ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਭਾਈ ਜੋ ਭੇਡ ਹੈ ਉਹ ਭਾਵੇਂ ਸ਼ੇਰ ਦਾ ਰੂਪ ਧਾਰਨ ਕਰ ਲਵੇ, ਸ਼ੇਰ ਵਰਗੀ ਬਣ ਜਾਵੇ, ਪਰ ਜਦੋਂ ਉਹ ਬੋਲੇਗੀ ਨਾ ਸਾਧ ਸੰਗਤ ਜੀ, ਉਸ ਦੀ ਜੋ ਪਛਾਣ ਹੋ ਜਾਵੇਗੀ। ਐਸੇ ਪ੍ਰਕਾਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇਸ ਸੰਸਾਰ ਦੇ ਵਿੱਚ ਅਨੇਕਾਂ ਜੀਵ ਨੇ ਜੋ ਦਿਖਾਵਾ ਕਰਦੇ ਨੇ ਕਿ ਭਾਈ ਮੈਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ, ਸਾਧੂ ਸੰਤਾਂ ਵਾਂਗੂ ਭੇਖ ਬਣਾ ਕੇ ਰਹਿ ਰਹੇ ਨੇ, ਪਰ ਜਦੋਂ ਉਹਨਾਂ ਨਾਲ ਵਿਚਾਰ ਵਿਮਰਸ਼ ਕਰਦੇ ਹਾਂ, ਉਹਨਾਂ ਦੀਆਂ ਗੱਲਾਂ ਸੁਣਦੇ ਹਾਂ, ਉਹਨਾਂ ਨਾਲ ਗਿਆਨ ਗੋਸ਼ਟੀ ਕਰਦੇ ਹਾਂ ਸਾਧ ਸੰਗਤ ਜੀ, ਭਾਵ ਜਦੋਂ ਉਹ ਆਪਣਾ ਗਿਆਨ ਖੋਲਦੇ ਨੇ ਤਾਂ ਪਤਾ ਲੱਗ ਜਾਂਦਾ ਹੈ ਕਿ ਭਾਈ ਇਹ ਹਜੇ ਸੱਚ ਦੀ ਪ੍ਰਾਪਤੀ ਤੋਂ ਬਹੁਤ ਦੂਰ ਨੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹ ਜੋ ਢੋਂਗੀ ਸਾਧੂ ਸੰਤ ਨੇ, ਜੋ ਦਿਖਾਵੇ ਵਾਲੇ ਸੰਤ ਨੇ, ਇਹਨਾਂ ਤੋਂ ਬਚਣ ਦਾ ਤੇ ਇਹਨਾਂ ਦੀ ਪਹਿਚਾਣ ਦਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਇਹੀ ਅੱਜ ਜੀਵਾਂ ਨੂੰ ਸਮਝਾ ਰਹੇ ਨੇ ਕਿ ਭਾਈ ਜੋ ਸਾਧੂ ਸੰਤਾਂ ਵਰਗਾ ਦਿਖਦਾ ਹੈ ਜ਼ਰੂਰੀ ਨਹੀਂ ਹੈ ਕਿ ਉਹ ਸੰਤ ਹੀ ਹੋਵੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਾਂਗ ਪੈ ਸਾਚ ਨਾ ਜਾਣਿਓ ਲੋਗ ਇਹ ਪਰਮਾਈ, ਸੰਗ ਰੂਪ ਮੇਸ਼ੀ ਜਬ ਪਹਿਰੀ ਬੋਲੀ ਤਬ ਸੁਧ ਪਾਈ। ਕਿ ਭਾਵ ਜਿਵੇਂ ਕੋਈ ਭੇਡ ਸ਼ੇਰ ਦਾ ਰੂਪ ਧਾਰਨ ਕਰ ਲੈਂਦੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਸਾਧ ਸੰਗਤ ਜੀ ਕਿ ਉਹ ਸ਼ੇਰ ਬਣ ਗਈ। ਐਸੇ ਤਰ੍ਹਾਂ ਕੋਈ ਸਾਧੂਆਂ ਵਰਗੇ ਕੱਪੜੇ ਪਾ ਲੈਣ ਦੇ ਨਾਲ ਕੋਈ ਸਾਧੂ ਸੰਤ ਨਹੀਂ ਜੇ ਬਣ ਜਾਂਦਾ। ਅਬ ਮੇਰੀ ਬੂੜੀ ਰਹਿ ਭਾਈ ਤਾਤੈ ਚੜੀ ਲੋਕ ਬੜਾਈ ਢੇਕ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਹੇ ਭਾਈ, ਜਿਸ ਸਮੇਂ ਜੀਵ ਦੇ ਅੰਦਰੋਂ ਹੰਕਾਰ ਖਤਮ ਹੋ ਜਾਂਦਾ ਆ, ਉਸ ਸਮੇਂ ਉਸ ਦੇ ਸੰਸਾਰ ਦੇ ਵਿੱਚ ਵਡਿਆਈ ਹੋਣ ਲੱਗਦੀ ਹੈ। ਇਹ ਸਾਧ ਸੰਗਤ ਜੀ ਜਦੋਂ ਤੱਕ ਸਤਿਗੁਰੂ ਜੀ ਫਰਮਾਉਂਦੇ ਭਾਈ ਸਾਡੇ ਮਨ ਦੇ ਵਿੱਚ ਹੰਕਾਰ ਹੈ, ਹੰਕਾਰ ਕਿਸੇ ਵੀ ਪ੍ਰਕਾਰ ਦਾ ਹੋਵੇ, ਚਾਹੇ ਧੀਆਂ ਪੁੱਤਰਾਂ ਦਾ ਹੰਕਾਰ, ਪੈਸੇ ਦਾ ਹੰਕਾਰ, ਆਪਣੇ ਸਰੀਰ ਦੇ ਉੱਪਰ ਹੰਕਾਰ, ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਹੰਕਾਰ ਆ ਉਹ ਸਾਡੀ ਸੱਚ ਦੀ ਪ੍ਰਾਪਤੀ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਤੇ ਜਿਸ ਜੀਵ ਦੇ ਅੰਦਰੋਂ ਹੰਕਾਰ ਬੋਲਦਾ ਹੈ ਸਾਧ ਸੰਗਤ ਜੀ, ਉਹ ਸੱਚ ਤੋਂ ਕੋਸਾ ਦੂਰ ਹੋ ਜਾਂਦਾ ਹੈ। ਇਸ ਲਈ ਸਤਿਗੁਰਾਂ ਨੇ ਫਰਮਾਇਆ ਹੈ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਕਿ ਭਾਵ ਜਦੋਂ ਤੱਕ ਜੀਵ ਦੇ ਮਨ ਦੇ ਵਿੱਚ ਮੈਂ ਹੈ, ਹੰਕਾਰਿਆ, ਇਸ ਨੂੰ ਸੱਚ ਦੀ ਪ੍ਰਾਪਤੀ, ਗੁਰਾਂ ਦੀ ਪ੍ਰਾਪਤੀ, ਉਹ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਨਹੀਂ ਜੇ ਸਕਦੀ। ਅਬ ਮੇਰੀ ਬੁੜੀ ਰਹਿ ਭਾਈ ਤਾਤੈ ਚੜੀ ਲੋਕ ਬੜਾਈ। ਕਿ ਜਦੋਂ ਇਸ ਦੇ ਮਨ ਦੇ ਵਿੱਚੋਂ ਹੰਕਾਰ ਖਤਮ ਹੋ ਜਾਂਦਾ ਹੈ ਅਤੇ ਨਿਮਾਨਤਾ ਦੇ ਨਾਲ ਇਹ ਸੱਚ ਦੇ ਮਾਰਗ ਤੇ ਚੱਲਦਾ ਹੈ, ਸਾਧ ਸੰਗਤ ਜੀ ਸੰਸਾਰ ਦੇ ਵਿੱਚ ਉਸਦੀ ਵਡਿਆਈ ਹੋਣ ਲੱਗ ਜਾਂਦੀ ਹੈ। ਅਤ ਅਹੰਕਾਰ ਉਰ ਮੈਂ ਸਤ ਰਜ ਤਮ ਤਾਂ ਮੈਂ ਰਹੋ ਰਜਾਈ। ਕ੍ਰਮ ਬਸ ਭਰਿਓ ਕਛ ਨਾ ਸੂਝੈ ਸੁਆਮੀ ਨਾਮ ਬੁਲਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਗੇ ਸਮਝਾਣਾ ਕਰਦੇ ਨੇ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਹੰਕਾਰ ਕਾਰਨ ਸਤੋ ਗੁਣੀ, ਰਜੋ ਗੁਣੀ, ਤਮੋ ਗੁਣੀ ਬੁੱਧੀ ਵਿੱਚ ਉਲਝਿਆ ਰਹਿੰਦਾ ਹੈ। ਤੇ ਕਰਮਾਂ ਦੇ ਵਸ ਹੋਏ ਇਸ ਜੀਵ ਨੂੰ ਪ੍ਰਮਾਤਮਾ ਦੀ ਕੋਈ ਸੋਝੀ ਨਹੀਂ ਸਾਧ ਸੰਗਤ ਜੀ। ਇਹ ਕਰਮ ਕਾਂਡਾਂ ਦੇ ਵਿੱਚ ਫਸਿਆ ਰਹਿੰਦਾ ਹੈ, ਅਡੰਬਰਾਂ ਵਹਿਮਾਂ ਭਰਮਾਂ ਦੇ ਵਿੱਚ ਹੀ ਪ੍ਰਮਾਤਮਾ ਦੀ ਪ੍ਰਾਪਤੀ ਲੱਭ ਰਿਹਾ ਹੈ। ਤੇ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਜਿਵੇਂ ਅਸੀਂ ਪਾਣੀ ਦੇ ਵਿੱਚ ਮਧਾਣੀ ਪਾ ਲਈਏ
ਉਸ ਪਾਣੀ ਦੇ ਵਿੱਚ ਮਧਾਣੀ ਪਾ ਕੇ ਸਾਨੂੰ ਕੁਝ ਨਹੀਂ ਜੇ ਮਿਲਣਾ। ਐਸੇ ਪ੍ਰਕਾਰ ਜਦੋਂ ਅਸੀਂ ਕਰਮ ਕਾਂਡ, ਵਹਿਮ ਭਰਮ, ਅਡੰਬਰ ਕਰਦੇ ਹਾਂ ਤਾਂ ਸਤਿਗੁਰੂ ਜੀ ਫਰਮਾਉਂਦੇ ਭਾਈਓ ਤੋਂ ਸਾਨੂੰ ਕੁਝ ਪ੍ਰਾਪਤ ਨਹੀਂ ਜੇ ਹੋਣਾ। ਪ੍ਰਭੂ ਸੁਆਮੀ ਦੀ ਨਾਮ ਰੂਪੀ ਬੇੜੀ ਜਿਹੜੀ ਸੰਸਾਰ ਰੂਪੀ ਭਵ ਸਾਗਰ ਨੂੰ ਪਾਰ ਕਰਨ ਵਾਲੀ ਹੈ, ਜੀਵ ਉਸ ਨੂੰ ਭੁਲਾ ਦਿੰਦਾ ਹੈ। ਤੇ ਸੱਚੇ ਸਾਧ ਸੰਗਤ ਜੀ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ ਮਹਾਰਾਜ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ, ਸਭੇ ਮਹਾਪੁਰਸ਼ਾਂ ਦਾ ਇੱਕੋ ਹੀ ਫਰਮਾਨ ਸੀ ਸਾਧ ਸੰਗਤ ਜੀ ਕਿ ਹਰਿ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ। ਕਿ ਭਾਈ ਅਸੀਂ ਸ਼ਬਦ ਦੇ ਨਾਲ ਜੁੜਨਾ ਹੈ, ਸ਼ਬਦ ਦੇ ਨਾਲ। ਤੇ ਜੋ ਜੀਵ ਗੁਰਾਂ ਤੋਂ ਗੁਰ ਮੰਤਰ ਲੈ ਕੇ ਸਾਧ ਸੰਗਤ ਜੀ ਉਸ ਦੀ ਕਮਾਈ ਕਰਦਾ ਆ, ਅੰਮ੍ਰਿਤ ਵੇਲੇ ਉੱਠ ਕੇ ਉਸ ਸ਼ਬਦ ਦਾ ਸਿਮਰਨ ਕਰਦਾ ਹੈ, ਕਿਰਤ ਕਮਾਈਆਂ ਕਰਦਾ, ਦਿਨ ਦੇ ਵਿੱਚ ਵੀ ਕਾਰ ਵਿਹਾਰ ਕਰਦਾ, ਆਪਣੇ ਹੱਥਾਂ ਨਾਲ ਕਿਰਤ ਕਰਦਾ, ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ ਰਹਿੰਦਾ ਆ। ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਉਸ ਦੀ ਜੋ ਭਵ ਸਾਗਰ ਰੂਪੀ ਬੇੜੀ ਆ ਉਹ ਪਾਰ ਹੋ ਜਾਂਦੀ ਹੈ। ਕਰਮ ਬਸ ਕਰਿਓ ਕੁਛ ਨਾ ਸੂਝੈ, ਸੁਆਮੀ ਨਾਮ ਭੁਲਾਈ। ਪਰ ਇਹ ਜੋ ਸੰਸਾਰ ਦੇ ਜੀਵ ਨੇ ਸਾਧ ਸੰਗਤ ਜੀ, ਇਹ ਕਰਮ ਕਾਂਡਾਂ ਦੇ ਵਿੱਚ ਫਸ ਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਭੁਲਾ ਰਹੇ ਨੇ, ਭੁਲਾਏ ਬੈਠੇ ਨੇ। ਹਮ ਮਾਨੋ ਗੁਨੀ ਜੋਗ ਜੁਗ ਸੁਨਤਾ, ਹਮ ਮਹਾਪੁਰਖ ਰਹਿ ਪਾਈ। ਹਮ ਮਾਨੋ ਸੂਰ ਸਕਲ ਬਿਦ ਤਿਆਗੀ, ਇਹ ਮਮਤਾ ਨਹੀਂ ਮਿਟਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਜੀਵ, ਜੇਕਰ ਜੀਵ ਹੰਕਾਰ ਵਸ ਹੋਣ ਕਰਕੇ ਆਪਣੇ ਆਪ ਨੂੰ ਵਿਦਵਾਨ ਕਹਿੰਦਾ ਆ, ਕੋਈ ਆਪਣੇ ਆਪ ਨੂੰ ਸਾਧ ਸੰਗਤ ਜੀ ਗੁਣੀ ਕਹਿ ਰਿਹਾ ਕਿ ਮੇਰੇ ਵਰਗੇ ਗੁਣ ਕਿਸੇ ਦੇ ਵਿੱਚ ਹੈ ਹੀ ਨਹੀਂ, ਕੋਈ ਆਪਣੇ ਆਪ ਨੂੰ ਜੋਗੀ, ਕੋਈ ਚੰਗੀ ਜੁਗਤ ਵਾਲਾ, ਕੋਈ ਆਪਣੇ ਆਪ ਨੂੰ ਮਹਾਪੁਰਖ ਸਮਝਦਾ ਸਾਧ ਸੰਗਤ ਜੀ, ਕੋਈ ਆਪਣੇ ਆਪ ਨੂੰ ਸੂਰਵੀਰ ਅਤੇ ਤਿਆਗੀ ਸਮਝਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਇਹ ਵੀ ਇੱਕ ਹੰਕਾਰ ਦੀ ਪ੍ਰਕਾਰ ਹੈ। ਇਹ ਮਮਤਾ ਕਦੇ ਨਹੀਂ ਜੇ ਮਿਟਦੀ ਗੁਰਾਂ ਦੇ ਗਿਆਨ ਤੋਂ ਬਿਨਾ। ਹਮ ਮਾਨੋ ਸੂਰ ਸਕਲ ਬਿਦ ਤਿਆਗੀ, ਇਹ ਮਮਤਾ ਨਾ ਮਿਟਾਈ। ਕਿ ਭਾਵ ਸਾਧ ਸੰਗਤ ਜੀ ਆਪਣੇ ਆਪ ਨੂੰ ਗੁਣੀ ਕਹਿਣਾ, ਆਪਣੇ ਆਪ ਨੂੰ ਵੱਡਾ ਵਿਦਵਾਨ ਪੰਡਤ ਕਹਿਣਾ, ਆਪਣੇ ਆਪ ਨੂੰ ਬਲਵਾਨ ਕਹਿਣਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਤੱਕ ਕਿਸੇ ਵੀ ਪ੍ਰਕਾਰ ਦਾ ਮੈਂ ਆ, ਕਿਉਂਕਿ ਜੋ ਕੁਝ ਵੀ ਉਹ ਪਰਮ ਪਿਤਾ ਪ੍ਰਮਾਤਮਾ ਦੀ ਸ੍ਰਿਸ਼ਟੀ ਹੈ, ਇਸ ਇਨਸਾਨ ਦੇ ਵਿੱਚ ਜਦੋਂ ਤੱਕ ਕਿਸੇ ਵੀ ਪ੍ਰਕਾਰ ਦੀ ਥੋੜੀ ਜਿਹੀ ਵੀ ਮੈਂ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਉਹ ਸੱਚ ਤੋਂ ਬਹੁਤ ਦੂਰ ਹੈ। ਹਮ ਮਾਨੇ ਅਕਲ ਸੁਨ ਮਨ ਸੋਧਿਓ, ਸਭ ਚੇਤਨ ਸੁਧ ਪਾਈ। ਗਿਆਨ ਧਿਆਨ ਸਭੀ ਹਮ ਜਾਣਿਓ, ਬੂਝੈ ਕੌਣ ਸੁਝਾਈ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੀਵ ਆਪਣੇ ਆਪ ਨੂੰ ਸਭ ਤੋਂ ਵੱਡਾ, ਅਤ ਤੇ ਮਨ ਨੂੰ ਸੋਧਿਆ ਹੋਇਆ ਮੰਨਦਾ ਹੈ ਕਿ ਮੈਂ ਚੇਤਨ ਸੋਝੀ ਪਾਈ ਹੈ, ਮੇਰੇ ਵਰਗੀ ਸੋਚ ਕਿਸੇ ਦੀ ਹੈ ਹੀ ਨਹੀਂ। ਪਰ ਇਸਨੇ ਪ੍ਰਭੂ ਨੂੰ ਚੇਤੇ ਕਰਨ ਦੀ ਸੋਝੀ ਨਹੀਂ ਜੇ ਪਾਈ। ਇਹ ਜੀਵ ਹੰਕਾਰ ਕਾਰਨ ਆਪਣੇ ਆਪ ਨੂੰ ਵੱਡਾ ਗਿਆਨੀ ਧਿਆਨੀ ਸਮਝਦਾ ਹੈ। ਪਰ ਸਾਧ ਸੰਗਤ ਜੀ ਜੋ ਗਿਆਨੀ ਹੈ, ਜੋ ਧਿਆਨੀ ਹੈ, ਜਿਸਨੇ ਪ੍ਰਮਾਤਮਾ ਨੂੰ ਪਾ ਲਿਆ ਆ, ਉਸ ਦੇ ਅੰਦਰ ਤਾਂ ਮੈਂ ਹੁੰਦੀ ਨਹੀਂ। ਤੇ ਇਸ ਹੰਕਾਰ ਦੇ ਕਾਰਨ ਇਹ ਪ੍ਰਮਾਤਮਾ ਨੂੰ ਭੁਲਾਈ ਬੈਠਾ ਹੈ। ਗਿਆਨ ਧਿਆਨ ਸਭ ਹੀ ਹਮ ਜਾਣਿਓ, ਬੁੱਝੈ ਕੌਣ ਸੋ ਪਾਈ। ਕਿਉਂਕਿ ਸਾਧ ਸੰਗਤ ਜੀ ਜਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਉਦੋਂ ਹੀ ਆਉਂਦਾ ਆ। ਇਹ ਨਹੀਂ ਹੈ ਕਿ ਪਹਿਲਾਂ ਰੋਸ਼ਨੀ ਹੋਵੇ, ਸੂਰਜ ਬਾਅਦ 'ਚ ਨਿਕਲੇਗਾ। ਇਸ ਸੰਸਾਰ ਦੀ ਇੱਕ ਸੱਚਾਈ ਹੈ ਸਾਧ ਸੰਗਤ ਜੀ, ਜਦੋਂ ਸੂਰਜ ਉਗਦਾ ਹੈ ਉਦੋਂ ਹੀ ਚਾਨਣ ਹੁੰਦਾ ਹੈ। ਇਹ ਨਹੀਂ ਹੈ ਕਿ ਪਹਿਲਾਂ ਚਾਨਣ ਹੋਵੇ ਫਿਰ ਸੂਰਜ ਨਿਕਲੇ। ਇਸ ਤਰ੍ਹਾਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਗੁਰੂ ਦਾ ਗਿਆਨ ਮਿਲਦਾ ਆ ਉਦੋਂ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਨਹੀਂ ਹੈ ਕਿ ਪ੍ਰਮਾਤਮਾ ਦੀ ਪ੍ਰਾਪਤੀ, ਗੁਰਾਂ ਦੀ ਪ੍ਰਾਪਤੀ ਬਾਅਦ 'ਚ ਹੋਵੇ, ਪਹਿਲਾਂ ਗਿਆਨ ਆਵੇ। ਸਤਿਗੁਰੂ ਜੀ ਸਮਝਾਣਾ ਕਰਦੇ ਨੇ ਕਿ ਭਾਈ ਜਦੋਂ ਸਾਨੂੰ ਪਰਮ ਪਿਤਾ ਪ੍ਰਮਾਤਮਾ ਦੀ ਅੰਦਰੋਂ ਪ੍ਰਾਪਤੀ ਹੁੰਦੀ ਹੈ, ਸੱਚ ਦੀ ਪ੍ਰਾਪਤੀ ਹੁੰਦੀ ਹੈ, ਗਿਆਨ ਵੀ ਉਦੋਂ ਹੀ ਪ੍ਰਾਪਤ ਹੁੰਦਾ ਹੈ। ਤੇ ਜੇ ਸੱਚ ਦੀ ਪ੍ਰਾਪਤੀ ਨਹੀਂ ਜੇ ਹੋਈ ਸਾਧ ਸੰਗਤ ਜੀ, ਫਿਰ ਸਾਡੇ ਕੋਲ ਕਿਹੜਾ ਗਿਆਨ ਹੈ। ਹਮ ਮਾਨੈ ਪਰਮ ਪ੍ਰੇਮ ਰਸ ਜਾਣਿਓ, ਨੋ ਬਿਦ ਭਗਤ ਕਰਾਈ।
ਸਵਾਂਗ ਦੇਖ ਸਭੀ ਜਗ ਡੈਕਿਓ, ਫਿਰ ਆਪਨ ਪੋਰ ਬੰਦਾਈ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਇਹ ਜੀਵ ਆਪਣੇ ਆਪ ਨੂੰ ਪ੍ਰੇਮ ਰਸ ਦਾ ਗਿਆਤਾ ਮੰਨਦਾ ਆ ਅਤੇ ਕਹਿੰਦਾ ਕਿ ਮੈਂ 9 ਪ੍ਰਕਾਰ ਦੀ ਭਗਤੀ ਕੀਤੀ ਹੈ। ਸੰਸਾਰ ਰੂਪੀ ਝੂਠੇ ਸਵਾਂਗ ਨੂੰ ਦੇਖ ਕੇ ਜੀਵ ਦੇ ਸੱਚੇ ਪ੍ਰਮਾਤਮਾ ਨੂੰ ਨਹੀਂ ਜੇ ਜਾਣਿਆ, ਸੰਸਾਰ ਦੀਆਂ ਕਾਰ ਵਿਹਾਰ ਦੇ ਵਿੱਚ ਹੀ ਸਾਧ ਸੰਗਤ ਜੀ ਉਲਝਾ ਰਿਹਾ, ਸੰਸਾਰ ਦੇ ਅਡੰਬਰਾਂ ਦੇ ਵਿੱਚ ਹੀ ਇਹ ਫਸ ਕੇ ਰਹਿ ਗਿਆ ਅਤੇ ਆਪਣੇ ਆਪ ਦੀ ਜੋ ਵਡਿਆਈ ਹੈ ਸਾਧ ਸੰਗਤ ਜੀ ਉਹ ਆਪ ਹੀ ਗਾ ਰਿਹਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਉਸਤਤ ਨਿੰਦਾ ਦਉ ਤਿਆਗਿਆ, ਕਿ ਭਾਈ ਸੱਚਪੁਰਖ ਉਹੀ ਹੈ ਜਿਸ ਨੇ ਉਸਤਤ ਤੇ ਨਿੰਦਾ ਦੋਵਾਂ ਨੂੰ ਤਿਆਗ ਦਿੱਤਾ ਹੈ। ਪਰ ਇਹ ਜੋ ਸੰਸਾਰੀ ਜੀਵ ਹੈ ਸਾਧ ਸੰਗਤ ਜੀ, ਜਦੋਂ ਨਿੰਦਾ ਹੁੰਦੀ ਹੈ ਉਸ ਨੂੰ ਸੁਣ ਕੇ ਇਹ ਦੁਖੀ ਹੁੰਦਾ ਹੈ, ਰੋਂਦਾ ਹੈ, ਕੁਰਲਾਉਂਦਾ ਹੈ, ਤੇ ਜਦੋਂ ਇਸ ਦੀ ਪ੍ਰਸ਼ੰਸਾ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ ਹੁੰਦਾ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਉਸਤਤ ਨਿੰਦਾ ਦਉ ਤਿਆਗਿਆ, ਕਿ ਭਾਈ ਜਦੋਂ ਕੋਈ ਵਡਿਆਈ ਕਰੇ ਉਸ ਪ੍ਰਮਾਤਮਾ ਦਾ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿ ਉਸ ਪ੍ਰਮਾਤਮਾ ਦੀ ਵਜ੍ਹਾ ਕਰਕੇ ਸਾਡੀ ਵਡਿਆਈ ਹੋ ਰਹੀ ਹੈ। ਤੇ ਜਦੋਂ ਸਾਧ ਸੰਗਤ ਜੀ ਕੋਈ ਨਿੰਦਾ ਕਰੇ ਸਾਨੂੰ ਘਬਰਾਣਾ ਨਹੀਂ ਜੇ ਚਾਹੀਦਾ, ਕਿਉਂਕਿ ਜੋ ਸੱਚ ਦੇ ਮਾਰਗ ਤੇ ਚੱਲਦਾ ਹੈ ਸਾਧ ਸੰਗਤ ਜੀ ਉਸ ਨੂੰ ਮਾੜਾ ਕਿਹਾ ਜਾਂਦਾ ਹੈ, ਉਸ ਦੀ ਜੋ ਨਿੰਦਾ ਹੈ ਉਹ ਹੁੰਦੀ ਹੀ ਹੈ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਸਾਨੂੰ ਆਪਣੀ ਵਡਿਆਈ ਵੀ ਛੱਡਣੀ ਪਵੇਗੀ ਤੇ ਸਾਨੂੰ ਆਪਣੀ ਨਿੰਦਾ ਨੂੰ ਵੀ ਛੱਡਣਾ ਪਵੇਗਾ। ਉਸਤਤ ਨਿੰਦਾ ਦਉ ਤਿਆਗਿਆ, ਸਾਂਗ ਤੇ ਸਾਚ ਨ ਜਾਣਿਓ, ਲੋਗਨ ਇਹ ਪਰਮਾਈ। ਸੰਗ ਰੂਪ में शी जब पहरी, बोले तब सुध पाई। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਦਾਹਰਨਾਂ ਦਿੰਦੇ ਨੇ ਕਿ ਭਾਈ ਸੰਸਾਰ ਦੇ ਝੂਠੇ ਰੂਪ ਨੂੰ ਦੇਖ ਕੇ ਸੱਚੇ ਪ੍ਰਮਾਤਮਾ ਨੂੰ ਜਾਣਿਆ ਹੀ ਨਹੀਂ, ਇਹ ਦਿਖਾਵੇ ਵਾਲੀ ਭਗਤੀ ਦੇ ਵਿੱਚ ਉਲਝ ਕੇ ਰਹਿ ਗਿਆ। ਤੇ ਸਤਿਗੁਰੂ ਜੀ ਉਦਾਹਰਨਾਂ ਦਿੰਦੇ ਨੇ ਕਿ ਭੇਡ ਦੀ, ਕਿ ਸਾਧ ਸੰਗਤ ਜੀ ਲੋਕਾਂ ਨੂੰ ਭਰਮ ਹੋ ਜਾਂਦਾ ਹੈ। ਜਿਸ ਤਰ੍ਹਾਂ ਭੇਡ ਸ਼ੇਰ ਦਾ ਰੂਪ ਬਣਾ ਲਵੇ, ਆਪਣੇ ਆਪ ਨੂੰ ਸ਼ੇਰ ਕਵੇ, ਪਰ ਜਦੋਂ ਉਹ ਭੇਡ ਬੋਲੇਗੀ ਸਾਧ ਸੰਗਤ ਜੀ ਉਸ ਦੀ ਪਛਾਣ ਹੋ ਜਾਵੇਗੀ ਭਾਈ ਇਹ ਸ਼ੇਰ ਨਹੀਂ ਹੈ, ਭੇਡ ਹੈ। ਤੇ ਇਹ ਉਦਾਹਰਨਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਇਸ ਲਈ ਦੇ ਰਹੇ ਨੇ ਸਾਧ ਸੰਗਤ ਜੀ, ਕਿਉਂਕਿ ਇਸ ਸੰਸਾਰ ਦੇ ਵਿੱਚ ਅਨੇਕਾਂ ਜੀਵ ਨੇ ਜੋ ਆਪਣੇ ਆਪ ਨੂੰ ਗਿਆਨੀ ਸਮਝਦੇ ਨੇ, ਸੰਤ ਸਮਝਦੇ ਨੇ, ਆਪਣੇ ਆਪ ਨੂੰ ਵੱਡਾ ਵਿਦਵਾਨ ਸਮਝਦੇ ਨੇ ਕਿ ਭਾਈ ਮੈਂ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ, ਮੇਰੇ ਤੋਂ ਵੱਡਾ ਤਾਂ ਕੋਈ ਸੰਤ ਹੈ ਹੀ ਨਹੀਂ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜਦੋਂ ਉਹ ਸੰਤ ਬੋਲੇਗਾ, ਕਿਉਂਕਿ ਸਾਧ ਸੰਗਤ ਜੀ ਸੱਚ ਹੈ, ਜੋ ਬ੍ਰਹਮ ਗਿਆਨੀ ਬੋਲਦਾ ਹੈ ਉਸ ਦੇ ਮੂੰਹੋਂ ਬਹੁਤ ਗਿਆਨ ਨਿਕਲਦਾ ਹੈ। ਉਸ ਦੇ ਜੋ ਇੱਕ ਇੱਕ ਬੋਲ ਨੇ ਉਹ ਆਪ ਨਹੀਂ ਜੇ ਬੋਲਦਾ, ਉਹ ਪਰਮਪਿਤਾ ਪ੍ਰਮਾਤਮਾ ਉਸ ਦੇ ਅੰਦਰੋਂ ਬੋਲਦਾ ਹੈ। ਤੇ ਇਸ ਲਈ ਸਤਿਗੁਰੂ ਜੀ ਸਮਝਾ ਰਹੇ ਨੇ ਕਿ ਭਾਈ ਜ਼ਰੂਰੀ ਨਹੀਂ ਹੈ ਜੋ ਆਪਣੇ ਆਪ ਨੂੰ ਕਵੇ ਕਿ ਮੈਂ ਸੰਤ ਹਾਂ ਉਹ ਸੰਤ ਹੀ ਹੋਵੇ। ਤੇ ਜਦੋਂ ਉਸ ਮਹਾਪੁਰਸ਼ ਦੇ ਨਾਲ ਸਾਧ ਸੰਗਤ ਜੀ ਜਦੋਂ ਅਸੀਂ ਗਿਆਨ ਗੋਸ਼ਟੀਆਂ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਦਾ ਕਿ ਭਾਈ ਕੌਣ ਸੰਤ ਹੈ ਤੇ ਕੌਣ ਦਿਖਾਵੇ ਵਾਲਾ ਹੈ। ਜਿਵੇਂ ਭੇਡ ਸ਼ੇਰ ਦਾ ਰੂਪ ਬਣਾ ਲਵੇ ਪਰ ਉਸ ਦੀ ਬੋਲੀ ਤੋਂ ਪਤਾ ਲੱਗ ਜਾਵੇਗਾ ਕਿ ਭਾਈ ਇਹ ਸ਼ੇਰ ਨਹੀਂ ਹੈ। ਤੇ ਇਸ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਸਾਨੂੰ ਵੀ ਸੱਚ ਦੀ ਜੋ ਪਛਾਣ ਹੈ ਸਾਧ ਸੰਗਤ ਜੀ ਕਰਨੀ ਆਣੀ ਚਾਹੀਦੀ ਹੈ। ਤੇ ਜਦੋਂ ਤੱਕ ਜੀਵ ਪ੍ਰਮਾਤਮਾ ਦੇ ਨਾਲ ਨਹੀਂ ਜੇ ਜੁੜਦਾ ਉਸ ਨੂੰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਭਾਵੇਂ ਉਹ ਜਿੰਨਾ ਮਰਜ਼ੀ ਭੇਖ ਬਣਾ ਲਵੇ। ਜਦੋਂ ਤੱਕ ਜੀਵ ਗੁਰੂ ਦੇ ਦਿਖਾਏ ਮਾਰਗ ਤੇ ਨਹੀਂ ਜੇ ਚੱਲਦਾ, ਜਦੋਂ ਤੱਕ ਜੀਵ ਕਿਰਤ ਕਮਾਈਆਂ ਕਰਦਾ, ਆਪਣੇ ਅੰਦਰੋਂ ਸੱਚ ਦੀ ਖੋਜ ਨਹੀਂ ਜੇ ਕਰਦਾ। ਤੇ ਸਾਧ ਸੰਗਤ ਜੀ ਸੱਚਾ ਗੁਰੂ ਉਹੀ ਹੈ ਜਿਸ ਨੇ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੋਵੇ। ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈਰੈ, ਢੂੰਡਤ ਕਾਸ ਫਿਰੈ। ਇਹ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਜੋ ਸਾਰੇ ਜੀਵ ਨੇ ਪ੍ਰਮਾਤਮਾ ਨੂੰ ਕੋਈ ਧਾਰਮਿਕ ਸਥਾਨਾਂ 'ਚ, ਕੋਈ ਮੰਦਿਰਾਂ ਦੇ ਵਿੱਚ ਲੱਭ ਰਿਹਾ ਆ, ਕੋਈ ਪ੍ਰਮਾਤਮਾ ਨੂੰ ਨਦੀਆਂ ਦੇ ਵਿੱਚ, ਜੰਗਲਾਂ ਪਹਾੜਾਂ ਦੇ ਵਿੱਚ, ਤੀਰਥ ਸਥਾਨਾਂ ਤੇ ਲੱਭ ਰਿਹਾ ਆ। ਤੇ ਸਤਿਗੁਰੂ ਜੀ ਫਰਮਾਉਂਦੇ ਭਾਈ ਪ੍ਰਮਾਤਮਾ ਕਿਤੇ ਬਾਹਰ ਨਹੀਂ ਜੇ ਬੈਠਾ, ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਹੀ ਬੈਠਾ ਆ। ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਭਰਮ ਭੁਲਾਈ।
ਕਿ ਭਾਈ ਉਹ ਸਾਰੀ ਦੁਨੀਆ ਦਾ ਮਾਲਕ ਤੇਰੇ ਅੰਦਰ ਬੈਠਾ ਆ, ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ, ਰਹਿ ਢੂੰਡਤ ਘਾਸ ਫਿਰੈ। ਸਾਧ ਸੰਗਤ ਜੀ, ਇਹ ਜੋ ਇਨਸਾਨ ਹੈ, ਇਸ ਦੀ ਜੋ ਹਾਲਤ ਹੈ, ਸਤਿਗੁਰੂ ਜੀ ਫਰਮਾਉਂਦੇ ਭਾਈ ਹਿਰਨ ਵਰਗੀ ਹੈ। ਹਿਰਨ ਦੇ ਅੰਦਰ ਨਾਭੀ ਦੇ ਵਿੱਚ ਉਸਦੇ ਸਾਧ ਸੰਗਤ ਜੀ ਕਸਤੂਰੀ ਦੀ ਖੁਸ਼ਬੂ ਆਉਂਦੀ ਹੈ, ਤੇ ਉਹ ਹਿਰਨ ਖੁਸ਼ਬੂ ਨੂੰ ਲੱਭਣ ਵਾਸਤੇ ਜੰਗਲਾਂ ਪਹਾੜਾਂ 'ਚ ਇੱਧਰ ਉੱਧਰ ਦੌੜਦਾ ਆ, ਪਰ ਉਸ ਨੂੰ ਨਹੀਂ ਜੇ ਪਤਾ ਹੁੰਦਾ ਕਿ ਖੁਸ਼ਬੂ ਉਸ ਦੇ ਅੰਦਰੋਂ ਆ ਰਹੀ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਬਿਨਾਂ ਗੁਰੂ ਦੇ ਗਿਆਨ ਦੇ ਇਸ ਜੀਵ ਦੀ ਜੋ ਹਾਲਤ ਹੈ ਉਹ ਹਿਰਨ ਵਰਗੀ ਹੈ, ਕਿ ਉਹ ਸਾਰੀ ਦੁਨੀਆ ਦਾ ਮਾਲਕ ਇਸ ਦੇ ਅੰਦਰ ਬੈਠਾ ਆ, ਤੇ ਸਾਧ ਸੰਗਤ ਜੀ ਪ੍ਰਮਾਤਮਾ ਨੂੰ ਧਾਰਮਿਕ ਸਥਾਨਾਂ ਤੇ ਲੱਭ ਰਿਹਾ ਆ। ਤੇ ਇਸ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਅਸੀਂ ਕਰਮ ਕਾਂਡਾਂ ਨੂੰ ਛੱਡਾਂਗੇ, ਫੇਰ ਹੀ ਸਾਨੂੰ ਸੱਚ ਦੀ ਪ੍ਰਾਪਤੀ ਹੋਣੀ ਹੈ। ਐਸੀ ਭਗਤ ਨਾ ਹੋਈ ਰਹਿ ਭਾਈ, ਰਾਮ ਨਾਮ ਬਿਨ ਜੋ ਕੁਛ ਕਰੀਏ ਸੋ ਸਭ ਭਰਮ ਕਹਾਈ। ਕਿ ਭਾਈ ਜਿੰਨੇ ਵੀ ਅਸੀਂ ਕਰਮ ਕਾਂਡ ਕਰਦੇ ਹਾਂ ਉਹ ਸਭ ਦਿਖਾਵਾ ਹੈ। ਰਾਮ ਨਾਮ ਬਿਨ ਜੋ ਕੁਛ ਕਰੀਏ ਸੋ ਸਭ ਭਰਮ ਕਹਾਈ। ਭਾਈ ਉਹ ਭਰਮ ਹੈ। ਤੇ ਜੇ ਕੋਈ ਸਭ ਤੋਂ ਵੱਡਾ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਹਰ ਕੇ ਨਾਮ ਬਿਨਾ ਝੂਠੇ ਸਗਲ ਪਸਾਰੇ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਕਿ ਭਾਈ ਜੇ ਸਭ ਤੋਂ ਵੱਡਾ ਕੋਈ ਹੈ ਉਹ ਪ੍ਰਮਾਤਮਾ ਦਾ ਸਿਮਰਨ ਹੈ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਹੱਥਾਂ ਨਾਲ ਕਿਰਤ ਕਮਾਈਆਂ ਕਰੋ ਤੇ ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੋ। ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਇਸ ਸਰੀਰ ਦੇ ਵਿੱਚ ਹੀ ਮਿਲ ਜਾਵੇਗਾ। ਜੋ ਬ੍ਰਹਮੰਡ ਹੈ ਸੋਈ ਪਿੰਡ, ਜੋ ਖੋਜੇ ਸੋ ਪਾਵੇ। ਸਤਿਗੁਰ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ ਉਹੀ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਪਰ ਸਾਧ ਸੰਗਤ ਜੀ ਮਿਲਦਾ ਉਹਨੂੰ ਹੀ ਹੈ ਜੋ ਗੁਰਾਂ ਦੇ ਦਿਖਾਏ ਮਾਰਗ ਤੇ ਚੱਲ ਕੇ ਗੁਰਮੰਤਰ ਦੀਆਂ ਕਮਾਈਆਂ ਕਰਕੇ ਆਪਣੇ ਅੰਦਰੋਂ ਸੱਚ ਦੀ ਖੋਜ ਕਰਦਾ ਹੈ। ਐਸੀ ਭਗਤ ਹਮਾਰੀ ਸੰਤੋ ਪ੍ਰਭਤਾ ਏ ਬੜਾਈ, ਆਪਨ ਅਨਨ ਔਰ ਨਾ ਮਾਨਤਾ, ਤਾਤੈ ਮੂਲ ਗਵਾਈ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਹੇ ਸੰਤ ਜਨੋ, ਪ੍ਰਮਾਤਮਾ ਦੀ ਐਸੀ ਸੱਚੀ ਭਗਤੀ ਹੈ ਕਿ ਮੈਂ ਉਸ ਪ੍ਰਭੂ ਦੀ ਸੱਚੀ ਭਗਤੀ ਕਰਕੇ ਉਸ ਦਾ ਹੀ ਰੂਪ ਹੋ ਗਿਆ ਹਾਂ। ਇਹ ਸੱਚ ਹੈ ਸਾਧ ਸੰਗਤ ਜੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਪਾਵਨ ਤੇ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਫਰਮਾਉਂਦੇ ਨੇ ਕਿ ਭਾਈ ਜੋ ਜੀਵ ਪ੍ਰਮਾਤਮਾ ਦਾ ਸਿਮਰਨ ਕਰਦਾ ਆ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਜਦੋਂ ਜੀਵ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਆ, ਹੱਥਾਂ ਨਾਲ ਕਿਰਤ ਕਮਾਈਆਂ ਕਰਦਾ, ਉਸ ਪਰਮਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਜਦੋਂ ਉਸ ਨੂੰ ਆਪਣੇ ਅੰਦਰੋਂ ਸੱਚ ਦੀ ਖੋਜ ਹੁੰਦੀ ਹੈ ਨਾ, ਉਹ ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਜਦੋਂ ਉਸ ਨੂੰ ਇਹ ਸਮਝ ਆਉਂਦੀ ਹੈ ਕਿ ਭਾਈ ਪ੍ਰਮਾਤਮਾ ਦੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਹੈ ਹੀ ਨਹੀਂ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਉਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਜਿਵੇਂ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਤੇਰੇ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸਭ ਮੇਂ ਹਰ ਹੈ ਹਰ ਮੇਂ ਸਭ ਹੈ ਹਰ ਆਪਣੋ ਜਿਨ ਜਾਨਾ। ਕਿ ਭਾਈ ਇਸ ਸੰਸਾਰ ਦੇ ਵਿੱਚ ਹਰ ਜੀਵ ਦੇ ਅੰਦਰ ਪ੍ਰਮਾਤਮਾ ਬੈਠਾ ਆ। ਸਾਧ ਸੰਗਤ ਜੀ ਇੱਥੇ ਕੋਈ ਵੀ ਇਨਸਾਨ ਐਸਾ ਨਹੀਂ ਹੈ ਜਿਸ ਦੇ ਅੰਦਰ ਪ੍ਰਮਾਤਮਾ ਨਾ ਹੋਵੇ। ਹਰ ਜੀਵ ਦੇ ਵਿੱਚ ਪ੍ਰਮਾਤਮਾ ਬੈਠਾ ਆ। ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਏ। ਕਿ ਭਾਈ ਹਰ ਜੀਵ ਦੇ ਵਿੱਚ ਉਹ ਪਰਮਪਿਤਾ ਪ੍ਰਮਾਤਮਾ ਹੈ, ਪਰ ਮਿਲਦਾ ਉਸ ਨੂੰ ਹੀ ਹੈ ਸਾਧ ਸੰਗਤ ਜੀ ਜੋ ਅਡੰਬਰਾਂ ਪਖੰਡਾਂ ਨੂੰ ਛੱਡ ਕੇ ਆਪਣੇ ਅੰਦਰੋਂ ਸੱਚ ਦੀ ਖੋਜ ਕਰਦਾ ਹੈ। ਪਣ ਰਵਿਦਾਸ ਉਦਾਸ ਤਾਹੀਂ ਤੈ, ਅਬ ਕੁਛ ਮੋਪੈ ਕਰਿਓ ਨਾ ਜਾਈ। ਆਪੈ ਖੋਇਆ ਭਗਤ ਹੋਤ ਹੈ, ਤਬ ਰਹਿ ਅੰਤਰ ਉਰਜਾਈ। ਸਾਧ ਸੰਗਤ ਜੀ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ ਕਿ ਭਾਈ ਮੈਂ ਸੰਸਾਰ ਤੋਂ ਉਦਾਸ ਹਾਂ, ਮੈਂ ਪ੍ਰਮਾਤਮਾ ਦੀ ਵਡਿਆਈ ਕਰਦਾ ਹਾਂ। ਉਸ ਦੀ ਮਹਿਮਾ ਅਪਰੰਪਰ ਅਪਾਰ ਹੈ, ਕਹਿ ਰਵਿਦਾਸ ਅਕਥ ਕਥਾ। ਕਿ ਭਾਈ ਉਹ ਪ੍ਰਮਾਤਮਾ ਦੀ ਉਸ ਸੱਚ ਦੀ ਜੋ ਮਹਿਮਾ ਸਾਧ ਸੰਗਤ ਜੋ ਕਥੀ ਨਹੀਂ ਜੇ ਜਾ ਸਕਦੀ। ਪਰ ਇਹ ਜੋ ਜੀਵ ਹੈ ਸਾਧ ਸੰਗਤ ਜੀ ਜਦੋਂ ਵੀ ਉਸ ਨੂੰ ਕੁਝ ਥੋੜਾ ਬਹੁਤ ਪ੍ਰਾਪਤ ਹੁੰਦਾ ਆ, ਇਹ ਆਪਣੇ ਆਪ ਦੀ ਵਡਿਆਈ ਕਰਨਾ ਸ਼ੁਰੂ ਕਰ ਦਿੰਦਾ ਹੈ। ਤੇ ਸਾਧ ਸੰਗਤ ਜੀ ਜਿਹੜਾ ਜੀਵ ਆਪਣੇ ਆਪ ਨੂੰ ਸਭ ਤੋਂ ਉੱਤਮ ਮੰਨਦਾ ਆ,
ਤੇ ਦੂਸਰਿਆਂ ਨੂੰ ਮੰਨਦਾ ਨਹੀਂ, ਹੰਕਾਰ ਕਾਰਨ ਉਹ ਆਪਣੇ ਆਪ ਨੂੰ ਗਵਾ ਲੈਂਦਾ ਆ। ਇਹ ਧਾਰਮਿਕ ਜਗਤ ਦੀ ਸਾਧ ਸੰਗਤ ਜੀ ਰੀਤ ਹੈ ਕਿ ਭਾਈ ਜਦੋਂ ਵੀ ਕਿਸੇ ਨੂੰ ਥੋੜਾ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਤੇ ਉਸ ਦੇ ਅੰਦਰੋਂ ਜਦੋਂ ਹੰਕਾਰ ਹੁੰਦਾ ਆ, ਉਸ ਹੰਕਾਰ ਦੇ ਕਾਰਨ ਸਾਧ ਸੰਗਤ ਜੀ ਦੀ ਜੋ ਕੀਤੀ ਹੋਈ ਕਮਾਈ ਹੈ ਉਹ ਨਹੀਂ ਸਫਲ ਚਲੀ ਜਾਂਦੀ ਹੈ, ਉਹ ਅਜਾਈ ਚਲੀ ਜਾਂਦੀ ਹੈ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮਨ ਦੇ ਵਿੱਚ ਨਿਮਾਣਤਾ ਧਾਰਨ ਕਰਨੀ ਹੈ। ਸੰਸਾਰ ਦੇ ਲੋਕ ਬਹੁਤ ਕੁਝ ਕਹਿੰਦੇ ਨੇ, ਅਸੀਂ ਉਹਨਾਂ ਵੱਲ ਧਿਆਨ ਨਹੀਂ ਜੀ ਦੇਣਾ। ਅਸੀਂ ਸਿਰਫ ਆਪਣੇ ਮਾਰਗ ਤੇ ਚੱਲਣਾ, ਜੋ ਸੱਚ ਦਾ ਮਾਰਗ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾ ਰਹੇ ਨੇ, ਜੋ ਸੱਚ ਦਾ ਮਾਰਗ ਸਾਧ ਸੰਗਤ ਜੀ ਸਾਡੇ ਮਹਾਪੁਰਸ਼ਾਂ ਨੇ ਦਿਖਾਇਆ, ਜਿਵੇਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ। ਅਸੀਂ ਸਿਰਫ ਸੱਚ ਦੇ ਮਾਰਗ ਤੇ ਚੱਲਣਾ ਆ। ਤੇ ਸੰਸਾਰ ਦੇ ਲੋਕ ਸਾਧ ਸੰਗਤ ਜੀ ਸਾਡੀ ਨਿੰਦਾ ਵੀ ਬਹੁਤ ਕਰਨਗੇ, ਸੰਸਾਰ ਦੇ ਲੋਕ ਸਾਡੀ ਵਡਿਆਈ ਵੀ ਬਹੁਤ ਕਰਨਗੇ, ਪਰ ਅਸੀਂ ਨਾ ਤਾਂ ਨਿੰਦਾ ਵੱਲ ਧਿਆਨ ਦੇਣਾ ਸਾਧ ਸੰਗਤ ਜੀ, ਨਾ ਹੀ ਅਸੀਂ ਉਸਤਤ ਵੱਲ ਧਿਆਨ ਦੇਣਾ। ਅਸੀਂ ਆਪਣੇ ਸਿਰਫ ਸੱਚ ਦੇ ਮਾਰਗ ਤੇ ਚੱਲਣਾ ਹੈ। ਭਣ ਰਵਿਦਾਸ ਉਦਾਸ ਤਾਹੀਂ ਤੇ ਅਬ ਮੋਹ ਪੈ ਕਰਿਓ ਨਾ ਜਾਈ, ਕਿ ਭਾਈ ਮੈਂ ਸੰਸਾਰ ਦੇ ਵੱਲੋਂ ਉਦਾਸ ਹੋ ਗਿਆ ਹਾਂ। ਸਾਧ ਸੰਗਤ ਜੀ ਸਤਿਗੁਰਾਂ ਦੇ ਕਹਿਣ ਦਾ ਭਾਵ ਇਹ ਹੈ ਕਿ ਸੰਸਾਰ ਦੇ ਜਿੰਨੇ ਵੀ ਕਰਮ ਕਾਂਡ ਨੇ, ਵਹਿਮ ਭਰਮ ਅਡੰਬਰ ਨੇ, ਮੈਂ ਛੱਡ ਦਿੱਤੇ ਨੇ। ਇਹ ਜੋ ਸਵਰਗ ਨਰਕ ਦਾ ਡਰ ਹੈ ਉਸ ਨੂੰ ਮੈਂ ਤਿਆਗ ਦਿੱਤਾ ਆ। ਸਤਿਗੁਰੂ ਜੀ ਫਰਮਾਉਂਦੇ ਭਾਈ ਮੈਂ ਆਪਣੇ ਅੰਦਰੋਂ ਸੱਚ ਦੀ ਖੋਜ ਕੀਤੀ ਹੈ ਤੇ ਮੈਂ ਸੱਚ ਦੇ ਮਾਰਗ ਤੇ ਚੱਲਦਾ ਹਾਂ। ਇਸ ਲਈ ਮੋਹਿ ਜਮ ਡੰਡ ਨ ਲਾ ਗਈ ਤਜਲੇ ਸਰਬ ਜੰਜਾਲ, ਕਿ ਮੈਂ ਉਸ ਸੱਚ ਦੀ ਪ੍ਰਾਪਤੀ ਕਰ ਲਈ ਹੈ ਕਿ ਮੈਨੂੰ ਹੁਣ ਜਮਾਂ ਦਾ ਡਰ ਨਹੀਂ ਜੇ ਲੱਗਦਾ। ਆਪੋ ਖੋਇਓ ਭਗਤ ਹੋਤ ਹੈ ਤਬ ਰਹਿ ਅੰਤਰ ਉਰਜਾਈ, ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਦੀ ਜੋ ਮਹਿਮਾ ਅਪਰੰਪਾਰ ਹੈ, ਤੇ ਜੋ ਜੀਵ ਆਪਣਾ ਆਪ ਮਿਟਾ ਕੇ ਪ੍ਰਮਾਤਮਾ ਦੀ ਭਗਤੀ ਕਰਦਾ ਹੈ ਸਾਧ ਸੰਗਤ ਜੀ, ਫੇਰ ਉਸ ਨੂੰ ਅਨੁਭਵ ਹੁੰਦਾ ਹੈ ਕਿ ਭਾਈ ਮੇਰੇ ਤੇ ਪ੍ਰਮਾਤਮਾ ਦੇ ਵਿੱਚ ਤਾਂ ਕੋਈ ਫਰਕ ਹੀ ਨਹੀਂ ਹੈ। ਸਾਧ ਸੰਗਤ ਜੀ ਜੋ ਜੀਵ ਆਪਣੇ ਅੰਦਰੋਂ ਹਰ ਪ੍ਰਕਾਰ ਦਾ ਹੰਕਾਰ ਖਤਮ ਕਰ ਲੈਂਦਾ ਆ, ਆਪਣੇ ਆਪ ਦੇ ਅੰਦਰੋਂ ਸਾਧ ਸੰਗਤ ਜੀ ਜੋ ਵੀ ਉਸ ਦੇ ਅੰਦਰ ਵਹਿਮ ਭਰਮ ਨੇ, ਮੈਂ ਮੇਰੀ ਦਾ ਹੰਕਾਰ ਆ, ਜਦੋਂ ਉਸ ਨੂੰ ਖਤਮ ਕਰ ਲੈਂਦਾ ਹੈ ਉਹ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ। ਆਪੋ ਖੋਇਆ ਭਗਤ ਹੋਤ ਹੈ ਤਬ ਰਹਿ ਅੰਤਰ ਉਰਜਾਈ, ਕਿ ਭਾਈ ਆਪਣਾ ਆਪ ਗਵਾ ਕੇ, ਕਿਉਂਕਿ ਸਾਧ ਸੰਗਤ ਜੀ ਜਦੋਂ ਤੱਕ ਜੀਵ ਦੇ ਅੰਦਰ ਕਿਸੇ ਵੀ ਪ੍ਰਕਾਰ ਦੀ ਮੈਂ ਹੈ, ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਨਹੀਂ ਜੇ ਪ੍ਰਾਪਤ ਹੁੰਦਾ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ, ਹੇ ਜੀਵ ਉਸ ਪਰਮ ਪਿਤਾ ਪ੍ਰਮਾਤਮਾ ਜੀ ਇਹ ਪ੍ਰਾਪਤੀ ਕਰਨੀ ਹੈ, ਸਭ ਤੋਂ ਪਹਿਲਾਂ ਹੰਕਾਰ ਨੂੰ ਤਿਆਗ। ਰਾਮ ਮਿਲਿਓ ਆਪਣੋ ਗੁਣ ਖੋਇਓ, ਰਿਦ ਸਿਧ ਸਭੈ ਜੋ ਗਵਾਈ, ਕਹਿ ਰਵਿਦਾਸ ਛੂਟੀ ਸਭ ਆਸ, ਤਬ ਹੈ ਤਾਹੀ ਕੇ ਪਾਸ। ਆਤਮਾ ਥਿਰ ਪਈ ਤਬ ਹੀ ਨਹੀਂ ਤਬ ਹੀ ਨਿਦ ਪਾਈ, ਆਪਾ ਗਇਓ ਤਬ ਭਗਤ ਪਾਈ, ਐਸੀ ਹੈ ਭਗਤ ਪਾਈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਫਰਮਾਉਂਦੇ ਨੇ, ਭਾਈ ਆਪਾ ਗਇਓ ਤਬ ਭਗਤ ਪਾਈ, ਐਸੀ ਹੈ ਭਗਤ ਪਾਈ। ਕਿ ਭਗਤੀ ਕਰਨ ਦੇ ਲਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰੋਂ ਮੈਂ ਹੀ ਖਤਮ ਕਰਨੀ ਪਵੇਗੀ, ਕਿਉਂਕਿ ਜਦੋਂ ਤੱਕ ਮੈਂ ਹੈ ਅਸੀਂ ਭਗਤੀ ਕਰ ਹੀ ਨਹੀਂ ਜੇ ਸਕਦੇ, ਨਾ ਹੀ ਸੱਚ ਦੇ ਮਾਰਗ ਤੇ ਚੱਲ ਸਕਦੇ ਹਾਂ। ਸਾਧ ਸੰਗਤ ਜੀ ਆਓ ਅਸੀਂ ਵੀ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਖਾਏ ਮਾਰਗ ਤੇ ਚੱਲੀਏ। ਜੋ ਰਸਤਾ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾ ਰਹੇ ਨੇ ਸਾਧ ਸੰਗਤ ਜੀ, ਉਸ ਰਸਤੇ ਤੇ ਚੱਲੀਏ। ਆਪਣੇ ਆਪ ਨੂੰ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚਾ ਕੇ ਰੱਖੀਏ। ਬੜਾ ਹੀ ਸਿੱਧਾ ਸਾਦਾ ਰਸਤਾ ਸਤਿਗੁਰਾਂ ਨੇ ਸਾਨੂੰ ਦਿਖਾਇਆ ਆ। ਜੀ ਬਾਸੋ ਓੰਕਾਰ ਜਪ ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ। ਕਿ ਭਾਈ ਹੱਥਾਂ ਨਾਲ ਕਿਰਤ ਕਰੋ। ਜੋ ਵੀ ਅਸੀਂ ਕਾਰ ਵਿਹਾਰ ਕਰਦੇ ਹਾਂ ਸਾਧ ਸੰਗਤ ਜੀ, ਰੋਜੀ ਰੋਟੀ ਲਈ ਇਮਾਨਦਾਰੀ ਦੀ ਅਸੀਂ ਰੋਟੀ ਕਮਾਈਏ ਤੇ ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੀਏ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਜੋ ਇਨਸਾਨ ਹੱਥਾਂ ਨਾਲ ਕਿਰਤ ਕਮਾਈਆਂ ਕਰਦਾ ਆ ਤੇ ਜੀਵਾਂ ਨਾਲ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਦਾ ਆ, ਉਹ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਹੈ। ਫਿਰ ਉਸ ਨੂੰ ਕੋਈ ਕਰਮ ਕਾਂਡ ਕਰਨ ਦੀ ਲੋੜ ਨਹੀਂ ਜੇ ਪੈਂਦੀ, ਉਸ ਨੂੰ ਕਿਤੇ ਬਾਹਰ ਲੱਭਣ ਜਾਣ ਦੀ ਲੋੜ ਨਹੀਂ ਜੇ ਪੈਂਦੀ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਕਟਹੀ ਮਾਈ। ਕਿ ਭਾਈ ਜਿਸ ਪ੍ਰਮਾਤਮਾ ਨੂੰ ਲੱਭਣ ਵਾਸਤੇ ਤੂੰ ਤੀਰਥਾਂ ਤੇ ਜਾਣਾ, ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਆ।
ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਪਰਮ ਭੁਲਾਈ। ਸੋ ਆਓ ਸਾਧ ਸੰਗਤ ਜੀ, ਅਸੀਂ ਵੀ ਸਤਿਗੁਰਾਂ ਨੇ ਜੋ ਸਾਨੂੰ ਮਾਰਗ ਦਿਖਾਇਆ ਆ, ਅਸੀਂ ਵੀ ਉਸ ਮੋਹ ਮਾਇਆ ਦੀ ਨੀਂਦ ਤੋਂ, ਅਗਿਆਨਤਾ ਦੀ ਨੀਂਦ ਤੋਂ ਜਾਗੀਏ ਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਹਰ ਰੋਜ਼ ਸਾਨੂੰ ਜਗਾਉਂਦੀ ਹੈ। ਕਿਆ ਤੂੰ ਸੋਇਆ ਜਾਗੇ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਕਿ ਭਾਈ ਇਹ ਜੋ ਬੜਮੁੱਲਾ ਜੀਵਨ ਆ ਸਾਧ ਸੰਗਤ ਜੀ ਬਾਰ-ਬਾਰ ਨਹੀਂ ਜੇ ਮਿਲਦਾ। ਇਹ ਵੱਡ ਕਰਮਾਂ ਵਾਲਿਆਂ ਕੇ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨੁਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰਿ ਕੀ ਸੇਵ। ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫਿਰ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ। ਤੇ ਸਾਧ ਸੰਗਤ ਜਿਸ ਨੂੰ ਨਸ਼ਿਆਂ ਦੇ ਵਿੱਚ ਪੈ ਕੇ, ਮੈਂ ਮੇਰੀ ਦੇ ਹੰਕਾਰ ਦੇ ਵਿੱਚ, ਅਡੰਬਰਾ ਪਖੰਡਾਂ ਦੇ ਵਿੱਚ ਪੈ ਕੇ ਇਸ ਸਰੀਰ ਦਾ ਨਾਸ਼ ਨਾ ਜੇ ਕਰੀਏ, ਨਸ਼ਿਆਂ ਦੇ ਵਿੱਚ ਪੈ ਕੇ ਬੇਈਮਾਨੀਆਂ ਕਰਕੇ ਇਸ ਸਰੀਰ ਦਾ ਨਾਸ਼ ਨਾ ਜੇ ਕਰੀਏ, ਸੱਚ ਦੇ ਮਾਰਗ ਤੇ ਚੱਲ ਕੇ ਸਾਧ ਸੰਗਤ ਜੀ ਇਸ ਜੋ ਸਰੀਰ ਦਾ ਅਸੀਂ ਇਸਤੇਮਾਲ ਕਰਨਾ ਹੈ। ਤੇ ਦੇਖਿਆ ਨੇ ਜਿੰਨੇ ਵੀ ਮਹਾਪੁਰਸ਼ ਹੋਏ ਨੇ ਸਾਧ ਸੰਗਤ ਜੀ, ਸਰੀਰ ਸਾਡੇ ਵਰਗੇ ਹੀ ਸੀ ਉਹਨਾਂ ਦੇ ਸਰੀਰ ਵੀ ਸਾਡੇ ਵਰਗੇ ਸੀ, ਪਰ ਕਰਮ ਬਹੁਤ ਮਹਾਨ ਸਨ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਸਾਧ ਸੰਗਤ ਜੀ ਕਿ ਸਰੀਰ ਦੇ ਨਾਲ ਅਸੀਂ ਮਾੜੇ ਕਰਮ ਕਰਦੇ ਹਾਂ ਜਾਂ ਮਹਾਪੁਰਸ਼ਾਂ ਨੂੰ ਪੜ੍ਹ ਕੇ ਮਹਾਪੁਰਸ਼ਾਂ ਵਰਗੇ ਕਰਮ ਕਰਦੇ ਹਾਂ। ਇਸ ਲਈ ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਫਰਮਾਉਂਦੇ ਨੇ, ਦੁਰਲਭ ਜਨਮ ਪੁਨ ਫਲ ਪਾਇਓ, ਬਿਰਥਾ ਜਾਦਪਿ ਵੇਖੈ। ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦੀ ਕਿਰਪਾ ਹੋਈ ਹੈ, ਫਿਰ ਸਾਨੂੰ ਇਹ ਮਨੁੱਖਾ ਸਰੀਰ ਮਿਲਿਆ ਹੈ। ਤੇ ਸਾਧ ਸੰਗਤ ਜਿਸ ਨੂੰ ਅਡੰਬਰਾਂ ਪਖੰਡਾਂ ਨਸ਼ਿਆਂ ਦੇ ਵਿੱਚ ਪੈ ਕੇ, ਮੈਂ ਮੇਰੀ ਦੇ ਹੰਕਾਰ 'ਚ, ਬੇਈਮਾਨੀਆਂ 'ਚ ਪੈ ਕੇ ਅਸੀਂ ਖਰਾਬ ਨਾ ਕਰੀਏ, ਇਸ ਨੂੰ ਸੱਚ ਦੇ ਮਾਰਗ ਤੇ ਤੋਰੀਏ। ਤੇ ਜੋ ਰਸਤਾ ਸਾਡੇ ਰਹਿਬਰਾਂ ਨੇ ਦਿਖਾਇਆ ਹੈ, ਪੜੋ, ਜੁੜੋ, ਸੰਘਰਸ਼ ਕਰੋ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ, ਅਸੀਂ ਉਸ ਰਸਤੇ ਤੇ ਚੱਲੀਏ ਜਿਵੇਂ ਬਾਬਾ ਸਾਹਿਬ ਨੇ ਫਰਮਾਇਆ ਨਾ, ਪੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਮਾਧੋ ਵਿਦਿਆ ਹਿਤ ਕੀਨ ਬਵੇਗ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ, ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਅਜਾਨ। ਕਿ ਭਾਈ ਸਿੱਖਿਆ ਪ੍ਰਾਪਤ ਕਰੋ, ਆਪਣੇ ਬੱਚਿਆਂ ਨੂੰ ਖੂਬ ਪੜਾਓ। ਬਿਨਾਂ ਪੜ੍ਹਾਈ ਤੋਂ ਸਾਧ ਸੰਗਤ ਜੀ ਅਸੀਂ ਕੁਝ ਵੀ ਨਹੀਂ ਆ। ਇਹੀ ਬਾਬਾ ਸਾਹਿਬ ਨੇ ਕਿਹਾ ਸੀ, ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਨੇ ਕਿ ਭਾਈ ਪੜ੍ਹਨਾ ਬਹੁਤ ਜ਼ਰੂਰੀ ਹੈ। ਤੇ ਸਾਧ ਸੰਗਤ ਜੀ ਸਕੂਲਾਂ ਕਾਲਜਾਂ ਦੀ ਪੜ੍ਹਾਈ ਅਸੀਂ ਕਰਨੀ ਹੈ ਕਿ ਤਾਂ ਜੋ ਸੰਸਾਰ ਦੇ ਵਿੱਚ ਅਸੀਂ ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਸਕੀਏ। ਤੇ ਨਾਲ ਸਾਧ ਸੰਗਤ ਜੀ ਅਸੀਂ ਅਧਿਆਤਮਕ ਸਿੱਖਿਆ ਵੀ ਲੈਣੀ ਹੈ, ਕਿਉਂਕਿ ਅਸੀਂ ਦੇਖਿਆ ਆ ਪੜ੍ਹੇ ਲਿਖੇ ਲੋਕ ਵੀ ਵਹਿਮਾਂ ਭਰਮਾਂ 'ਚ ਫਸੇ ਰਹਿੰਦੇ ਨੇ। ਬਹੁਤ ਸਾਰੇ ਜੀਵ ਨੇ ਸਾਧ ਸੰਗਤ ਜੀ ਜੋ ਪੜ੍ਹੇ ਲਿਖੇ ਨੇ ਪਰ ਅਡੰਬਰਾ ਪਖੰਡਾਂ 'ਚ ਫਸੇ ਹੋਏ ਨੇ। ਸਾਡੇ ਲਈ ਦੋਨੇ ਸਿੱਖਿਆਵਾਂ ਜ਼ਰੂਰੀ ਨੇ। ਅਸੀਂ ਸਕੂਲਾਂ ਕਾਲਜਾਂ ਦੀ ਪੜ੍ਹਾਈ ਵੀ ਕਰਨੀ ਹੈ ਤਾਂ ਜੋ ਅਸੀਂ ਵਧੀਆ ਅਹੁਦਿਆਂ ਤੇ ਜਾ ਸਕੀਏ। ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਾਡੇ ਰਹਿਬਰਾਂ ਨੂੰ, ਸਾਡੇ ਮਹਾਪੁਰਸ਼ਾਂ ਤੋਂ ਅਸੀਂ ਅਧਿਆਤਮਕ ਗਿਆਨ ਵੀ ਲੈਣਾ ਹੈ ਤਾਂ ਜੋ ਸਾਨੂੰ ਸੱਚ ਤੇ ਝੂਠ ਦਾ ਪਤਾ ਲੱਗ ਸਕੇ। ਸਾਧ ਸੰਗਤ ਜੀ ਕੀ ਸੱਚ ਹੈ ਤੇ ਕੀ ਝੂਠ ਹੈ। ਅੱਗੇ ਬਾਬਾ ਸਾਹਿਬ ਨੇ ਫਰਮਾਇਆ ਸੀ, ਜੁੜੋ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮੱਖੀਰਾ। ਕਿ ਭਾਈ ਸੱਚ ਦੇ ਨਾਲ ਇਸ ਤਰ੍ਹਾਂ ਜੁੜ ਕੇ ਰਹਿਣਾ ਆ ਸਾਧ ਸੰਗਤ ਜੀ ਜਿਵੇਂ ਮਧੂ ਮੱਖੀਆਂ ਆਪਸ 'ਚ ਮਿਲ ਕੇ ਰਹਿੰਦੀਆਂ ਨੇ। ਤੇ ਸਾਧ ਸੰਗਤ ਜੀ ਬਹੁਤ ਜੋ ਵੰਡ ਪਈ ਹੋਈ ਹੈ, ਸਭ ਤੋਂ ਪਹਿਲਾਂ ਤਾਂ ਜਾਤਾਂ ਦੀ ਵੰਡ ਹੈ, ਫਿਰ ਧਰਮਾਂ ਦੀ ਵੰਡ ਹੈ, ਫਿਰ ਸਮਾਜਿਕ ਵੰਡ ਹੈ ਸਾਧ ਸੰਗਤ ਜੀ, ਫਿਰ ਰਾਜਨੀਤਿਕ ਵੰਡ ਹੈ। ਇਹ ਜੀ ਇੰਨੀਆਂ ਜ਼ਿਆਦਾ ਵੰਡਾਂ ਦੇ ਵਿੱਚ ਸਾਧ ਸੰਗਤ ਜੀ ਵੰਡਿਆ ਪਿਆ ਹੈ। ਇੰਨਾ ਜ਼ਿਆਦਾ ਇਸ ਦਾ ਜੋ ਵਿਭਾਜਨ ਹੋ ਚੁੱਕਿਆ ਆ ਕਿ ਜੁੜ ਹੀ ਨਹੀਂ ਸਕਦਾ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਮਾਜ ਦੇ ਵਿੱਚ ਜੇ ਕਿ ਤਰੱਕੀ ਕਰਨੀ ਹੈ ਤਾਂ ਸਾਨੂੰ ਜੁੜਨਾ ਪਵੇਗਾ, ਕਿਉਂਕਿ ਜਿੰਨੀਆਂ ਵੀ ਸਾਧ ਸੰਗਤ ਜੀ ਸਫਲਤਾਵਾਂ ਨੇ ਉਹ ਮਿਲ ਜੁਲ ਕੇ ਹੀ ਆਉਂਦੀਆਂ ਨੇ। ਇਕੱਲਾ ਇਨਸਾਨ ਕੁਝ ਨਹੀਂ ਜੇ ਕਰ ਸਕਦਾ। ਇਸ ਲਈ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਆਪਸ ਦੇ ਵਿੱਚ ਮਿਲੋ, ਪਰ ਜੁੜਨਾ ਅਸੀਂ ਸੱਚ ਨਾਲ ਹੈ, ਝੂਠ ਨਾਲ, ਵਹਿਮਾਂ ਭਰਮਾਂ, ਅਡੰਬਰਾਂ, ਨਸ਼ਿਆਂ ਨਾਲ ਨਹੀਂ ਜੇ ਜੁੜਨਾ। ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ। ਕਿ ਭਾਈ ਸੱਚ ਨਾਲ ਆਪਸ ਦੇ ਵਿੱਚ ਮਿਲ ਕੇ ਰਹੋ ਜਿਵੇਂ ਮਧੂ ਮੱਖੀਆਂ ਆਪਸ 'ਚ ਮਿਲ ਕੇ ਰਹਿੰਦੀਆਂ ਨੇ। ਤੇ ਮਿਲ ਕੇ ਅਸੀਂ ਕਰਨਾ ਕੀ ਹੈ, ਜਿਵੇਂ ਬਾਬਾ ਸਾਹਿਬ ਦਾ ਤੀਸਰਾ ਉਪਦੇਸ਼, ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ ਜਾਣ ਲਿਓ ਰਹਿਮੀਤ, ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੈ ਹੈ ਪ੍ਰੀਤ। ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੀ ਕਰਦਾ। ਸਾਧ ਸੰਗਤ ਜੀ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਭਾਈ ਮਾਨਸਿਕ ਗੁਲਾਮੀ ਤੇ ਸਰੀਰਕ ਗੁਲਾਮੀ, ਗੁਲਾਮੀ ਕੋਈ ਵੀ ਹੋਵੇ ਹਰ ਪ੍ਰਕਾਰ ਦੀ ਮਾੜੀ ਹੁੰਦੀ ਹੈ।
ਤੇ ਉਸ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਸਭ ਦਾ ਹੀ ਭਲਾ ਕਰਨਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੈ ਰਵਿਦਾਸ ਰਹਿ ਪ੍ਰਸੰਨ। ਪਰ ਕਾ ਬੁਰਾ ਨਾ ਰੱਖੋ ਜੀ ਤੁਮਕੋ ਦੁੱਖ ਨਹੀਂ ਪਾਈ ਮੀਤ, ਕਿ ਭਾਈ ਸਭ ਦਾ ਭਲਾ ਮੰਗਿਆ ਕਰ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਜੋ ਸਭ ਦਾ ਭਲਾ ਮੰਗਦਾ ਆ ਪ੍ਰਮਾਤਮਾ ਸਭ ਤੋਂ ਪਹਿਲਾਂ ਉਸੇ ਦਾ ਹੀ ਭਲਾ ਕਰਦਾ ਹੈ, ਕਿਸੇ ਦਾ ਬੁਰਾ ਨਾ ਜੇ ਸੋਚਿਆ ਕਰ। ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਭਾਈ ਸਭ ਦਾ ਭਲਾ ਮੰਗੋ, ਬੇਗਮਪੁਰਾ ਸ਼ਹਿਰ ਕੋ ਨਾਉ ਦੁਖੰਦੋ ਨਹੀਂ ਤੈ ਠਾਓ। ਕਿ ਅਸੀਂ ਐਸਾ ਰਾਜ ਵਸਾਣਾ ਆ ਸਾਧ ਸੰਗਤ ਜੀ ਜਿੱਥੇ ਨਾ ਕੋਈ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਨਾ ਕੋਈ ਜਾਤ ਪਾਤ ਹੋਵੇ, ਨਾ ਕੋਈ ਧਰਮ ਵੱਡਾ ਹੋਵੇ ਨਾ ਕੋਈ ਛੋਟਾ ਹੋਵੇ, ਨਾ ਕੋਈ ਅਮੀਰ ਹੋਵੇ ਨਾ ਕੋਈ ਗਰੀਬ ਹੋਵੇ। ਸਤਿਗੁਰੂ ਜੀ ਫਰਮਾਉਂਦੇ ਜਿੱਥੇ ਸਾਰੇ ਸੁਖੀ ਵਸਣ, ਜਿੰਨੇ ਵੀ ਸੰਸਾਰ ਦੇ ਸੁੱਖ ਨੇ ਉੱਥੇ ਜੀਵਾਂ ਨੂੰ ਮਿਲਣ, ਬੇਗਮਪੁਰਾ ਸ਼ਹਿਰ ਕੋ ਨਾਉ। ਪਰ ਇਹ ਉਦੋਂ ਹੀ ਸੰਭਵ ਹੋ ਸਕਦਾ ਆ ਜਦੋਂ ਧਰਤੀ ਦਾ ਹਰ ਇਨਸਾਨ ਆਪਸ ਦੇ ਵਿੱਚ ਜੁੜ ਜਾਵੇਗਾ। ਪਰ ਸਾਧ ਸੰਗਤ ਜੀ ਜੋ ਬਹੁਤ ਜ਼ਿਆਦਾ ਚਲਾਕ ਲੋਕ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਤੱਕ ਇਹ ਸਾਧ ਸੰਗਤ ਹੈ ਅਲੱਗ-ਅਲੱਗ ਹੈ ਸਾਡਾ ਰਾਜ ਚੱਲ ਰਿਹਾ ਹੈ। ਪਰ ਸਾਧ ਸੰਗਤ ਜੀ ਜਦੋਂ ਤੱਕ ਅਸੀਂ ਜੁੜਦੇ ਨਹੀਂ ਆ ਸਾਨੂੰ ਇਹ ਖੇਡਾਂ ਸਮਝ ਵੀ ਨਹੀਂ ਆਣੀਆਂ ਕਿ ਸੱਚ ਦਾ ਮਾਰਗ ਕੀ ਹੈ ਤੇ ਝੂਠ ਦਾ ਮਾਰਗ ਕੀ ਹੈ। ਨਾਲੇ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਰਸਤਾ ਦਿਖਾ ਰਹੇ ਨੇ ਸਾਧ ਸੰਗਤ ਜੀ ਉਸ ਦੇ ਵਿੱਚ ਕਿਸੇ ਇੱਕ ਦਾ ਭਲਾ ਨਹੀਂ ਸਭ ਦਾ ਹੀ ਭਲਾ ਆ। ਕਿਉਂਕਿ ਸਤਿਗੁਰੂ ਰਵਿਦਾਸ ਜਿਸ ਬੇਗਮਪੁਰਾ ਦੀ ਗੱਲ ਕਰਦੇ ਨੇ ਸਾਧ ਸੰਗਤ ਜੀ ਉਹ ਐਸੀ ਅਵਸਥਾ ਆ ਕਿ ਜਿਸ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੁੱਖ ਹੋਣਾ ਹੀ ਨਹੀਂ ਹੈ, ਸੰਸਾਰਿਕ ਦੁੱਖ। ਪਰ ਉਹ ਆਵੇਗਾ ਉਦੋਂ ਹੀ ਸਾਧ ਸੰਗਤ ਜੀ ਜਦੋਂ ਤੱਕ ਅਸੀਂ ਉਹ ਉਦੋਂ ਹੀ ਆਵੇਗਾ ਜਦੋਂ ਅਸੀਂ ਧਾਰਮਿਕ ਵੰਡੀਆਂ ਇਹ ਜਾਤਾਂ ਪਾਤਾਂ ਨੂੰ ਊਚ ਨੀਚ ਦੀ ਭਾਵਨਾ ਸਭ ਕੁਝ ਖਤਮ ਕਰਕੇ ਜਦੋਂ ਅਸੀਂ ਇੱਕ ਹੋ ਜਾਾਂਗੇ। ਸਤ ਸੰਗਤ ਮਿਲ ਰਹੀਏ ਮਾਧੋ। ਆਓ ਸਾਧ ਸੰਗਤ ਜੀ ਗੁਰਾਂ ਦੀ ਗੁਰਬਾਣੀ ਨਾਲ ਜੁੜੀਏ, ਅੰਮ੍ਰਿਤ ਵੇਲੇ ਉੱਠੀਏ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਬਚੀਏ, ਆਪਣੇ ਬੱਚਿਆਂ ਨੂੰ ਬਚਾਈਏ। ਤੇ ਸਾਧ ਸੰਗਤ ਜੀ ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਕਰਦੇ ਜੀਵਾਂ ਨਾਲ ਉਸ ਪਰਮ ਪਿਤਾ ਪਰਮਾਤਮਾ ਦਾ ਸਿਮਰਨ ਕਰਦੇ ਰਹੀਏ। ਇਹੀ ਰਸਤਾ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਿਖਾ ਰਹੇ ਨੇ ਕਿ ਭਾਈ ਜੋ ਜੀਵ ਸੱਚ ਦੇ ਮਾਰਗ ਤੇ ਚੱਲਦਾ ਹੈ, ਅਡੰਬਰਾਂ ਪਖੰਡਾਂ ਨੂੰ ਛੱਡ ਦਿੰਦਾ ਹੈ, ਮੈਂ ਮੇਰੀ ਦਾ ਹੰਕਾਰ ਜੋ ਤਿਆਗ ਕੇ ਉਹ ਪਰਮ ਪਿਤਾ ਪਰਮਾਤਮਾ ਦਾ ਸੋਹੰ ਸਤਨਾਮ ਜਾਪ ਕਰਦਾ ਰਹਿੰਦਾ ਆ, ਉਹ ਸਾਰੀ ਦੁਨੀਆ ਦਾ ਮਾਲਕ ਉਸ ਨੂੰ ਆਪਣੇ ਅੰਦਰੋਂ ਹੀ ਮਿਲ ਜਾਂਦਾ ਹੈ। ਸੋ ਇੰਨੀਆਂ ਕੁ ਬੇਨਤੀਆਂ ਜਿਹਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ ਆਲਜ ਸੰਸਾਰ। ਸ਼ਲੋਕ ਹਰ ਸੋ ਹੀਰਾ ਛਾੜ ਕੇ ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ ਸਤ ਪਾਖੈ ਰਵਿਦਾਸ। ਜੋ ਬੋਲੇ ਸੋ ਨਿਰਭੈ, ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ। ਸਤਨਾਮ 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 ਸੋਹੰ ਸਤਨਾਮ।